ਹੈਲੋ ਐਂਡ ਵੈਲਕਮ ਟੂ ਮਾਈ YouTube ਚੈਨਲ ਮੈਥਸ ਲਵ ਫੋਕਸ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਐਲਜੇਬਰਾਇਕ ਐਕਸਪ੍ਰੈਸ਼ਨਸ। ਠੀਕ ਹੈ, ਕਈ ਬੱਚਿਆਂ ਨੂੰ ਇਹ ਵਾਲਾ ਟੌਪਿਕ ਜਿਹੜਾ ਔਖਾ ਲੱਗਦਾ, ਇਸ ਕਰਕੇ ਮੈਂ ਡੈਫੀਨੇਸ਼ਨਸ ਤੋਂ ਟੌਪਿਕ ਸ਼ੁਰੂ ਕਰੂੰਗੀ। ਡੈਫੀਨੇਸ਼ਨ ਜੇ ਕਲੀਅਰ ਆ ਤਾਂ ਤੁਸੀਂ ਆਰਾਮ ਨਾਲ ਇਹਦੇ ਨਾਲ ਰਿਲੇਟਡ ਸਮ ਕਰ ਸਕਦੇ ਆ। ਹੁਣ ਦੇਖੋ, ਐਲਜੇਬਰਾਇਕ ਐਕਸਪ੍ਰੈਸ਼ਨ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਹੁੰਦੇ ਕੀ ਆ। ਐਲਜੇਬਰਾਇਕ ਐਕਸਪ੍ਰੈਸ਼ਨ ਕੀ ਹੁੰਦੀ ਆ? ਕੁਛ ਇੱਦਾਂ ਦੀਆਂ ਐਕਸਪ੍ਰੈਸ਼ਨ ਜਿਹਦੇ ਵਿੱਚ ਐਕਸ ਵਾਈ ਟੀ ABC ਸਮਥਿੰਗ ਤੇ ਨੰਬਰਸ ਹੋਣ। ਠੀਕ ਹੈ, ਉਹਨਾਂ ਦੇ ਵਿੱਚ ਪਲੱਸ ਮਾਈਨਸ ਹੋਵੇ, ਮਤਲਬ ਇੱਦਾਂ ਦੀਆਂ ਟਰਮਸ ਨੂੰ, ਇੱਦਾਂ ਦੇ ਐਕਸਪ੍ਰੈਸ਼ਨ ਨੂੰ ਅਸੀਂ ਕਹੋਗੇ ਐਲਜੇਬਰਾਇਕ ਐਕਸਪ੍ਰੈਸ਼ਨ। ਹੁਣ ਐਲਜੇਬਰਾਇਕ ਐਕਸਪ੍ਰੈਸ਼ਨ 'ਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਵੇਰੀਏਬਲ, ਇੱਕ ਹੁੰਦੇ ਆ ਕੌਨਸਟੈਂਟ। ਵੇਰੀਏਬਲ ਉਹ ਹੁੰਦੇ ਆ ਜਿਨ੍ਹਾਂ ਦੀ ਵੈਲਿਊ ਜਿਹੜੀ ਆ ਫਿਕਸ ਨਹੀਂ ਹੁੰਦੀ, ਮਤਲਬ ਵੇਰੀਏਬਲ ਦਾ ਮਤਲਬ ਇਹ ਹੈ ਜਿਹੜੀ ਚੀਜ਼ ਚੇਂਜ ਹੁੰਦੀ ਹੋਵੇ। ਕੌਨਸਟੈਂਟ ਮਤਲਬ ਜਿਹਦੀ ਇੱਕ ਫਿਕਸਡ ਵੈਲਿਊ ਹੋਵੇ। ਠੀਕ ਹੈ, ਜਦੋਂ ਵੀ ਤੁਸੀਂ ਕੋਈ ਐਲਜੇਬਰਿਕ ਐਕਸਪ੍ਰੈਸ਼ਨ ਦੇ ਵਿੱਚ ਜਿਹੜਾ ਐਕਸ ਵਾਈ LM ABC ਕੁਛ ਵੀ ਦੇਖਿਆ, ਉਹ ਤੁਹਾਡਾ ਕੀ ਹੋਊਗਾ? ਵੇਰੀਏਬਲ। ਅਤੇ ਜਿਹੜਾ ਵੀ ਕੋਈ ਨੰਬਰ ਹੋਊਗਾ 400 17 ਜਾਂ ਕੋਈ ਵੀ ਨੰਬਰ, ਠੀਕ ਹੈ, ਉਹਨੂੰ ਅਸੀਂ ਕਹੋਗੇ ਕੌਨਸਟੈਂਟ, ਕਿਉਂਕਿ ਉਹਦੀ ਵੈਲਿਊ ਚੇਂਜ ਥੋੜ੍ਹਾ ਨਾ ਕਰਨੀ। ਜੇ 100 ਦਾ ਉਹਨੇ 100 ਹੀ ਰਹਿਣਾ ਆ। ਠੀਕ ਹੈ, ਪਰ XY ਦੇ ਵਿੱਚ ਇੱਦਾਂ ਨਹੀਂ ਹੁੰਦਾ, ਉਹ ਚੀਜ਼ਾਂ ਚੇਂਜ ਕਰਦੀਆਂ ਰਹਿੰਦੀਆਂ। ਫਿਰ ਉਸ ਤੋਂ ਬਾਅਦ ਹੁਣ ਹੁੰਦਾ ਕੀ ਆ? ਪਹਿਲਾਂ ਇੱਕ ਐਕਸਪ੍ਰੈਸ਼ਨ ਹੁੰਦਾ ਆ। ਠੀਕ ਹੈ, ਕੋਈ ਵੀ ਮੈਂ ਆਪਣੇ ਕੋਲ ਕੋਈ ਵੀ ਐਗਜ਼ਾਮਪਲ ਲੈ ਲਈ। ਹੁਣ ਐਕਸਪ੍ਰੈਸ਼ਨ ਦੇ ਵਿੱਚ ਹੁਣ ਦੇਖੋ ਦੋ ਦਿਖਦੀਆਂ ਪਈਆਂ, ਦੇਖੋ 4x² ਅਲੱਗ ਚੀਜ਼ ਆ, 3xy ਅਲੱਗ ਚੀਜ਼ ਆ, ਤਾਂ ਮੈਂ ਇਹਨੂੰ ਕੀ ਕਹੂੰਗੀ? ਦੋਨਾਂ ਨੂੰ ਟਰਮਸ। 4x² ਤੇ 3xy ਇਹ ਹੈਗੀਆਂ ਸਾਡੀਆਂ ਟਰਮਸ। ਠੀਕ ਹੈ, ਆਹ ਸੀ ਐਕਸਪ੍ਰੈਸ਼ਨ ਤੋਂ ਸਾਡੇ ਕੋਲ ਕਿੰਨੀਆਂ ਟਰਮਸ ਆ? 2। ਠੀਕ ਹੈ, ਜੇ 3 ਹੁੰਦੀ ਮਤਲਬ ਪਲੱਸ ਜਾਂ ਮਾਈਨਸ ਸਮਥਿੰਗ ਕੁਛ ਹੋਰ ਲਿਖਿਆ ਹੁੰਦਾ, ਮੈਂ ਤੀਸਰੀ ਟਰਮ ਲਿਖਦੀ। ਠੀਕ ਹੈ, ਹੁਣ ਟਰਮਸ ਤੋਂ ਬਾਅਦ ਕੀ ਬਣਦੇ ਆ? ਫੈਕਟਰ ਦੇਖੋ 4 ਆ, ਇਹਦੇ ਵਿੱਚ ਇੱਕ x ਆ, ਇੱਕ x ਹੋਰ ਆ, ਇਹਦੇ ਵਿੱਚ ਇੱਕ -3 ਆ, ਇੱਕ x ਆ, ਇੱਕ y ਆ। ਠੀਕ ਹੈ, ਐਕਸਪ੍ਰੈਸ਼ਨ ਤੋਂ ਬਣੀਆਂ ਟਰਮਸ ਤੋਂ ਬਣੇ ਫੈਕਟਰਸ ਮਤਲਬ ਜਿੰਨੀਆਂ ਵੀ ਇਹਦੇ ਵਿੱਚ ਰਕਮਾਂ ਹੋਣਗੀਆਂ ਸਾਰਿਆਂ ਨੂੰ ਅਲੱਗ-ਅਲੱਗ ਕਰਕੇ ਲਿਖ ਦਿਓ, ਉਹ ਹੋ ਗਏ ਸਾਡੇ ਫੈਕਟਰ। ਉਸ ਤੋਂ ਬਾਅਦ ਆਉਂਦਾ ਕੋਫੀਸ਼ੀਐਂਟ ਆਫ ਦ ਟਰਮ। ਠੀਕ ਹੈ, ਕੋਫੀਸ਼ੀਐਂਟ ਆਫ ਟਰਮ ਕੀ ਹੁੰਦਾ ਆ? ਦ ਨੂਮੈਰੀਕਲ ਫੈਕਟਰ ਇਜ਼ ਸੈਡ ਟੂ ਬੀ ਦ ਨੂਮੈਰੀਕਲ ਕੋਫੀਸ਼ੀਐਂਟ। ਹੁਣ ਨੂਮੈਰੀਕਲ ਫੈਕਟਰ ਕੌਣ ਆ? ਜਿਹੜਾ ਨੰਬਰ ਆ। ਹੁਣ ਜਿੱਦਾਂ ਮੈਂ ਕਹਾਂ 5xy 'ਚ ਨੰਬਰ ਕੌਣ ਆ? 5। ਇਹਦਾ ਮਤਲਬ XY ਦਾ ਕੋਫੀਸ਼ੀਐਂਟ ਕੌਣ ਹੋਇਆ? 5। ਇਹਦੀ ਜੇ -7x²y² ਦਾ ਅਸੀਂ ਦੇਖੀਏ ਤਾਂ x²y²। ਠੀਕ ਹੈ, ਵੇਰੀਏਬਲ ਦਾ ਕੋਫੀਸ਼ੀਐਂਟ ਕੌਣ ਆ? -7। ਠੀਕ ਹੈ, ਜੋ ਮਾਈਨਸ ਪਲੱਸ ਹੋਊਗਾ ਉਹ ਨਾਲ ਅਸੀਂ ਕੰਸੀਡਰ। ਉਸ ਤੋਂ ਬਾਅਦ ਨੈਕਸਟ ਦੇਖੋ ਕੀ ਆ? ਲਾਈਕ ਐਂਡ ਅਨਲਾਈਕ ਟਰਮਸ। ਲਾਈਕ ਦਾ ਮਤਲਬ ਵੀ ਕੀ ਹੁੰਦਾ? ਜਿਹੜੀ ਸੇਮ ਹੋਣ, ਜਿਨ੍ਹਾਂ ਦਾ ਐਲਜੇਬਰਾਇਕ ਫੈਕਟਰ ਸੇਮ ਆ। ਐਲਜੇਬਰਾਇਕ ਫੈਕਟਰ ਜਿੱਦਾਂ ਜੇ ਮੰਨ ਲਓ ਇਹ 'ਚ ਵੀ XY ਆ, ਇਹਦੇ ਵਿੱਚ ਵੀ XY, ਇਹਦੇ ਵਿੱਚ ਵੀ XY, ਤਾਂ ਇਹਨਾਂ ਟਰਮਸ ਨੂੰ ਮੈਂ ਕੀ ਕਹੂੰਗੀ? ਲਾਈਕ ਟਰਮਸ, ਕਿਉਂਕਿ ਐਲਜੇਬਰਾ ਇਹਨਾਂ ਦਾ ਸੇਮ ਆ, ਮਤਲਬ XY। ਠੀਕ ਹੈ, YX ਵੀ ਸੇਮ ਚੀਜ਼ ਹੀ ਹੁੰਦੀ ਆ, ਬਸ ਅੱਗੇ ਪਿੱਛੇ ਕਿਉਂਕਿ ਮਲਟੀਪਲਾਈ ਦਾ ਕੋਈ ਫਰਕ ਨਹੀਂ ਪੈਂਦਾ। ਅਨਲਾਈਕ ਟਰਮਸ ਕਿਹੜੀਆਂ ਹੁੰਦੀਆਂ? ਅਨਲਾਈਕ ਦਾ ਮਤਲਬ ਇਹ ਆ ਜਿਹੜੀਆਂ ਕਿ ਅਲੱਗ-ਅਲੱਗ ਹੋਣ, ਵੱਖਰੀਆਂ ਹੋਣ, ਤਾਂ ਉਹਨੂੰ ਅਸੀਂ ਕਹੋਗੇ ਅਨਲਾਈਕ ਟਰਮ। ਮਤਲਬ ਕਿੱਦਾਂ? ਹੁਣ ਦੇਖੋ ਇੱਕ 'ਚ XY ਆ, ਇੱਕ ਦੇ ਵਿੱਚ ਇਕੱਲਾ X ਆ, ਇੱਕ ਦੇ ਵਿੱਚ YZ ਆ, ਤਾਂ ਇਹਨਾਂ ਨੂੰ ਮੈਂ ਕੀ ਕਹੂੰਗੀ? ਅਨਲਾਈਕ ਟਰਮਸ। ਠੀਕ ਹੈ, ਅਨਲਾਈਕ ਟਰਮਸ। ਉਸ ਤੋਂ ਬਾਅਦ ਠੀਕ ਹੈ, ਉਸ ਤੋਂ ਬਾਅਦ ਹੈਗਾ ਮੋਨੋਮੀਅਲ। ਮੋਨੋ ਦਾ ਮਤਲਬ ਹੁੰਦਾ ਜਿਹੜਾ ਕੱਲਾ ਹੋਵੇ। ਕੱਲਾ ਮਤਲਬ ਜਿਹਦੇ ਕੋਲ ਇੱਕੋ ਹੀ ਟਰਮ ਹੋਵੇ। ਠੀਕ ਹੈ, ਦੇਖੋ ਸਾਰਿਆਂ ਕੋਲ ਜਿਹੜੇ ਕੌਮੇ ਆ ਅਲੱਗ-ਅਲੱਗ ਟਰਮਸ ਆ, ਇੱਧਰ ਸਾਰੀਆਂ ਅਲੱਗ-ਅਲੱਗ ਟਰਮਸ ਆ। ਠੀਕ ਹੈ, ਇੱਕ ਇਹਦੇ ਕੋਲ ਵੀ ਇੱਕ ਟਰਮ ਆ, 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 ਤਾਂ ਇਹਨੂੰ ਮੈਂ ਕੀ ਕਹੂੰਗੀ? ਮੋਨੋਮੀਅਲ। ਬਾਇਨੋਮੀਅਲ, ਬਾਈ ਦਾ ਮਤਲਬ ਹੁੰਦਾ 2। ਠੀਕ ਹੈ, ਜਿਹਦੇ ਕੋਲ 2 ਟਰਮਸ ਹੋਣ, ਦੇਖੋ 2, ਇੱਧਰ ਵੀ 2। ਠੀਕ ਹੈ, ਆ ਤਾਂ MN ਤਾਂ ਉਹਦੇ ਫੈਕਟਰ ਆ, ਟਰਮ ਤਾਂ ਇੱਕ MN ਆ, ਇੱਕ 4M ਆ। ਇਹਦੀ ਟਰਾਈ ਦਾ ਮਤਲਬ 3, ਤਾਂ ਜਿਹਦੇ ਵਿੱਚ 3 ਟਰਮਸ ਹੋਣ। ਠੀਕ ਹੈ, ਉਹਨੂੰ ਅਸੀਂ ਕਹੋਗੇ ਟਰਾਈਨੋਮੀਅਲ। ਫਿਰ ਉਸ ਤੋਂ ਬਾਅਦ ਆਉਂਦਾ ਪੋਲੀਨੋਮੀਅਲ। ਪੋਲੀਨੋਮੀਅਲ ਕੀ ਆ? ਦੇਖੋ ਈਜ਼ੀ ਆ, ਜਿਹੜੀਆਂ ਵੀ ਇੱਕ ਜਾਂ ਇੱਕ ਤੋਂ ਜ਼ਿਆਦਾ ਟਰਮਸ ਹੋਣ, ਜਿਹਦੇ ਕੋਲ ਜਿਹੜੇ ਐਕਸਪ੍ਰੈਸ਼ਨ ਕੋ ਇੱਕ ਜਾਂ ਇੱਕ ਤੋਂ ਜ਼ਿਆਦਾ ਟਰਮਸ ਹੋਣ, ਉਹ ਕੀ ਆ? ਪੋਲੀਨੋਮੀਅਲ। ਹੁਣ ਇਹਦੇ ਕੋਲ ਇੱਕ ਟਰਮ ਸੀ, ਇਹਦੇ ਕੋਲ ਇੱਕ ਤੋਂ ਜ਼ਿਆਦਾ ਟਰਮ ਸੀ, ਤਾਂ ਇਹਨਾਂ ਸਾਰੀਆਂ ਨੂੰ ਮੈਂ ਕੀ ਕਹਿ ਸਕਦੀ ਹਾਂ? ਪੋਲੀਨੋਮੀਅਲ। ਠੀਕ ਹੈ, ਬਹੁਤ ਈਜ਼ੀ ਆ ਟੌਪਿਕ। ਸਿਰਫ ਜੇ ਤੁਸੀਂ ਟਰਮਸ ਹੀ ਸਮਝ ਲੈਂਦੇ ਆ ਤਾਂ ਇਹਨਾਂ ਦੇ ਨਾਲ ਦੀਆਂ ਐਗਜ਼ਾਮਪਲਸ ਆਰਾਮ ਨਾਲ ਕਰ ਸਕਦੇ ਆ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ। ਥੈਂਕ ਯੂ।